ਜੇ ਮੈਨੂੰ ਮਾਂ ਅੱਜ 35 ਸਾਲਾਂ ਬਾਅਦ ਪਤਾ ਲੱਗਾ ਕਿ ਮੇਰੀ ਜਨਨੀ ਜਿਹੜੀ ਆ ਉਹ ਜਿੰਦਾ ਆ, ਪਰ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਲੱਗਾ ਕਿ ਉਹਦੀ ਆਪਣੀ ਜਿਹੜੀ ਲੱਤ ਆ ਉਹ ਟੁੱਟੀ ਹੋਈ ਸੀ ਅਤੇ ਉਹ ਵਾਕਰ ਦੇ ਨਾਲ ਤੁਰਦੀ ਆ ਔਰ ਚੱਲ ਨਹੀਂ ਸਕਦੀ। ਔਰ ਮੈਂ ਆਪਣੇ ਆਪ ਨੂੰ ਕੋਸਣਾ ਸ਼ੁਰੂ ਕੀਤਾ ਕਿ ਮੈਂ ਕਈਆਂ ਮਾਵਾਂ ਦੇ ਆਪਣੇ ਹੱਥਾਂ ਨਾਲ ਆਪਰੇਟ ਕਰਵਾ ਚੁੱਕਾ ਹਾਂ, ਕਈਆਂ ਦੀਆਂ ਲੱਤਾਂ ਆਪਰੇਟ ਕਰਵਾ ਚੁੱਕਾ ਹਾਂ, ਔਰ ਮੇਰੀ ਆਪਣੀ ਮਾਂ ਦੀ ਜਿਹੜੀ ਉਹ ਲੱਤ ਟੁੱਟੀ ਸੀ। ਔਰ ਮੈਂ ਆਪਣੇ ਦਾਦੀ ਦਾਦੇ ਨੂੰ ਆਪਣਾ ਪੇਰੈਂਟਸ ਸਮਝਦਾ ਰਿਹਾ। ਜਦੋਂ ਮੇਰੇ ਦਾਦੀ ਜੀ ਦੀ ਮੌਤ ਹੁੰਦੀ ਹੈ, ਥੋੜ੍ਹਾ ਮੈਂ ਸਿਆਣਾ ਹੁੰਦਾ ਅਤੇ ਮੈਨੂੰ ਘਰ ਦੇ ਵਿੱਚ ਮੇਰੇ ਪੇਰੈਂਟਸ ਦੀ ਜਿਹੜੀ ਐਲਬਮ ਲੱਭਦੀ ਹੈ, ਫੋਟੋਆਂ ਜਿਹੜੀਆਂ ਮੈਰਿਜ ਦੀਆਂ, ਤਾਂ ਉਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਮਤਲਬ ਇਹ ਕਿਸ ਤਰ੍ਹਾਂ ਇਹ ਕਿਹਨਾਂ ਦੀ ਐਲਬਮ ਆ, ਤਾਂ ਉਹਨਾਂ ਨੇ ਉਦੋਂ ਦੱਸਿਆ ਕਿ ਤੇਰੇ ਜਿਹੜੇ ਮਦਰ ਫਾਦਰ ਨੇ ਉਹਨਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਸੀ। ਉਹ ਰਾਤ ਮੇਰੇ ਵਾਸਤੇ ਬਹੁਤ ਔਖੀ ਲੰਘੀ। ਨੀਂਦ ਆ ਗਈ ਸੀ ਉਸ ਰਾਤ? ਨਹੀਂ, ਨੀਂਦ ਕੋਈ ਨਹੀਂ ਆਈ। ਮੈਂ ਉਸ ਰਾਤ ਪਹਿਲੀ ਵਾਰ ਡਿਪਰੈਸ਼ਨ 'ਚ ਜਾ ਕੇ ਰੋਇਆ। ਪਰ ਉਸ ਰਾਤ ਮੈਂ ਜਿੱਦਣ ਸਵੇਰੇ ਨਿਕਲਦਾ ਹਾਂ ਘਰੋਂ ਔਰ ਮਾਂ ਦੇ ਮਿਲਣ ਤੱਕ ਮੇਰਾ ਜਿਹੜਾ ਹਿਰਦਾ ਜਿਹੜਾ ਆ ਉਹ ਬਹੁਤ ਜਿਹੜਾ ਇਮੋਸ਼ਨਲ ਸੀਗਾ। ਅੰਦਰੋਂ ਅੰਦਰ ਹੀ ਮੈਂ ਆਪਣੇ ਆਪ ਨੂੰ ਕੋਸ ਰਿਹਾ ਸੀ। ਔਰ ਰਾਤ ਔਰ ਉਹ ਮਾਂ ਤੱਕ ਪਹੁੰਚਣ ਦਾ ਸਫ਼ਰ ਜਿਹੜਾ ਸੀ, ਮੈਂ ਉਹ ਵੇਟ ਕਰ ਰਿਹਾ ਸੀ ਕਿ ਕਿਹੜੇ ਟਾਈਮ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੋਵਾਂ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਦਾ ਕਿ ਮੇਰੀ ਮਾਂ ਜੇ ਜਿਉਂਦੀ ਆ, ਤਾਂ ਮੈਂ ਬੜੇ ਦੁਖੀ ਵੀ ਰਹਿਣਾ ਸ਼ੁਰੂ ਕਰ ਦਿੱਤਾ ਕਿ ਯਾਰ ਮੇਰੀ ਮਾਂ ਹੈ ਕਿ ਪਤਾ ਨਹੀਂ ਹੈ ਇਸ ਦੁਨੀਆ 'ਤੇ ਕਿ ਨਹੀਂ ਹੈ। ਕਿ ਮੈਂ ਇਹੋ ਸੋਚਦਾ ਸੀ ਕਿ ਜਿੰਨੇ ਮੈਨੂੰ ਇਸ ਦੁਨੀਆ ਦਿਖਾਈ ਹੈ, ਮੈਂ ਕਿਰਪਾ ਕਰਕੇ ਉਹਦੇ ਦਰਸ਼ਨ ਕਰ ਸਕਾਂ। ਤਾਂ ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਬਾਕੀ ਚੈਨਲਾਂ 'ਤੇ ਵੀ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਮੈਂ ਆਪਣੀ ਮਾਂ ਤੱਕ ਜਿਹੜਾ ਉਹ ਫਾਈਂਡ ਆਊਟ ਕਰਕੇ ਫਿਰ ਗੁਰੂ ਰਾਮਦਾਸ ਜੀ ਨੇ ਮੈਨੂੰ ਮੇਰੀ ਮਾਂ ਨਾਲ ਮਿਲਾ ਦਿੱਤਾ। ਦੋ ਪਾਣੀ ਪੀਓ ਪਾਣੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੂਥਰਾ। ਸਿਆਣੇ ਆਖਦੇ ਆ ਕਿ ਜਦੋਂ ਰੱਬ ਦੇ ਲੜ ਲੱਗੀਏ, ਗੁਰੂ ਦੇ ਲੜ ਲੱਗ ਜਾਈਏ, ਸੇਵਾ ਕਰੀਏ ਸੱਚੇ ਮਨ ਨਾਲ, ਤੇ ਉਹਦਾ ਫਲ ਜ਼ਰੂਰ ਮਿਲਦਾ। ਕਿਸੇ ਨੂੰ ਦੇਰ ਮਿਲਦਾ, ਕਿਸੇ ਨੂੰ ਸਵੇਰ ਮਿਲਦਾ, ਪਰ ਫਲ ਜ਼ਰੂਰ ਮਿਲਦਾ। ਐਸਾ ਹੀ ਇੱਕ ਸ਼ਖਸ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਨੂੰ ਕਾਦੀਆਂ ਦੇ ਵਿੱਚ ਰਹਿੰਦੇ ਨੇ। ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਹੈ। ਭਾਈ ਜਗਜੀਤ ਸਿੰਘ ਹਜੂਰੀ ਰਾਗੀ ਨੇ, ਗੁਰਦੁਆਰਾ ਸਾਹਿਬ ਦੇ ਗੁਰੂ ਦੇ ਲੜ ਲੱਗੇ ਦੇ ਨੇ। ਔਰ ਇਸ ਤੋਂ ਇਲਾਵਾ ਖਾਸ ਗੱਲ ਹੈ ਕਿ NGO ਖਾਲਸਾ ਏਡ ਨਾਲ ਜੁੜੇ ਦੇ ਨੇ। ਵੱਖੋ ਵੱਖ ਜਿੱਥੇ ਵੀ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ, ਜਿੱਥੇ ਕੋਈ ਕੁਦਰਤੀ ਕਰੋਪੀ ਹੁੰਦੀ ਹੈ, ਉੱਥੇ ਆਪ ਪਹੁੰਚਦੇ ਨੇ। ਬੀਤੇ ਦਿਨਾਂ ਦੇ ਵਿੱਚ ਜੋ ਹੜ੍ਹ ਦੀ ਮਾਰ ਵਗੀ, ਪੰਜਾਬ ਡੁੱਬਣ ਕਿਨਾਰੇ ਸੀ, ਬਹੁਤ ਸਾਰੇ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ, ਤਾਂ ਇਹ ਵੀ ਲੋਕਾਂ ਦੀ ਸੇਵਾ ਕਰਨ ਲਈ ਪਹੁੰਚੇ। ਪਰ ਪਰਮਾਤਮਾ ਨੇ ਸੇਵਾ ਦਾ ਫਲ ਐਡਾ ਵੱਡਾ ਦੇ ਦਿੱਤਾ ਕਿ ਜਿਹੜਾ ਕਦੀ ਖਾਬੋ ਖਿਆਲ 'ਚ ਵੀ ਨਹੀਂ। ਸਾਡੇ ਨਾਲ ਭਾਈ ਜਗਜੀਤ ਸਿੰਘ ਮੌਜੂਦ ਆ। ਪਹਿਲਾਂ ਗੱਲ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ। ਭਾਈ ਸਾਹਿਬ, ਪਹਿਲਾਂ ਆਪਣੇ ਬਾਰੇ ਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਮੇਰਾ ਨਾਮ ਜਗਜੀਤ ਸਿੰਘ, ਜੋ ਰਾਗੀ ਸਿੰਘ ਦੇ ਨਾਮ ਨਾਲ ਸਾਰੇ ਜਾਣਦੇ ਆ। ਤਾਂ ਉਸ ਤੋਂ ਉਪਰੰਤ ਮੈਂ ਜਦੋਂ ਆਪਣੀ ਲਾਈਫ ਕੈਰੀਅਰ ਦੀ ਸ਼ੁਰੂਆਤ ਜਿਹੜੀ ਉਹ ਸੋਸ਼ਲ ਵਰਕ ਤੋਂ ਵੀ ਕਾਫੀ ਕੀਤੀ। ਇੱਕ ਦੋ ਇੰਸੀਡੈਂਟਸ ਮੇਰੇ ਨਾਲ ਇੱਦਾਂ ਦੇ ਹੋਏ ਜਿਨ੍ਹਾਂ ਕਾਰਨਾਂ ਕਰਕੇ ਮੈਂ ਸੋਸ਼ਲ ਵਰਕ ਦੇ ਵਿੱਚ ਆਇਆ। ਔਰ ਇਸ ਟਾਈਮ ਮੇਰੀ ਫੈਮਿਲੀ ਆ, ਮੇਰੀ ਵਾਈਫ ਆ ਔਰ 2 ਬੱਚੇ ਆ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਕੁਛ ਵਧੀਆ ਪਰਿਵਾਰ ਚੱਲ ਰਿਹਾ। ਜਿਹੜੀਆਂ ਤੁਹਾਡੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਈਆਂ, ਉਸ ਤੋਂ ਬਾਅਦ ਸੱਚੀ ਮੁੱਚੀ ਲੋਕਾਂ ਨੂੰ, ਜਿਹੜੇ ਨਹੀਂ ਵੀ ਸੀ, ਨਾਸਤਿਕ ਲੋਕ ਸੀ, ਉਹਨਾਂ ਨੂੰ ਵੀ ਰੱਬ 'ਤੇ ਵਿਸ਼ਵਾਸ ਹੋ ਗਿਆ ਕਿ ਸੇਵਾ ਕਰੋ ਤੇ ਉਹਦਾ ਫਲ ਮਿਲਦਾ। ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਉਹ ਜ਼ਰੂਰ ਜਾਣਕਾਰੀ ਦਿਓ ਕਿ ਉਹ ਕਿਹੜਾ ਹਾਦਸਾ ਸੀ ਤੇ ਕਿਹੜਾ ਚੰਗਾ ਕਰਮ ਸੀ ਜਿਹਦੇ ਨਾਲ ਤੁਹਾਡੇ ਮਾਤਾ ਜੀ ਤੁਹਾਨੂੰ 35 ਸਾਲ ਬਾਅਦ ਜਾ ਕੇ ਮਿਲੇ। ਬਿਲਕੁਲ ਜੀ, ਅੱਜ ਤੋਂ ਕੋਈ ਜਦੋਂ ਮੈਂ ਸੋਸ਼ਲ ਵਰਕ ਦੇ ਵਿੱਚ ਸੇਵਾ ਦਾ ਲਾਈਨ ਦੇ ਵਿੱਚ ਪਿਆ, ਤਕਰੀਬਨ 16-17 ਸਾਲ ਇਸ ਗੱਲ ਨੂੰ ਹੋ ਚੁੱਕੇ ਨੇ। ਤਾਂ ਸੇਵਾ ਦਾ ਫਲ ਜਿਹੜਾ ਉਹ ਮੈਨੂੰ ਨਾਲ ਦੀ ਨਾਲ ਹੀ ਹਰ ਸੇਵਾ ਦਾ ਫਲ ਜਿਹੜਾ ਮੈਨੂੰ ਮਿਲਦਾ ਆ ਰਿਹਾ। ਉਸ ਚੀਜ਼ ਦਾ ਮੈਂ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਇੱਕ ਜਿਹੜੀ ਗੱਲ ਦੀ ਮੈਂ ਸ਼ੁਰੂਆਤ ਜਿਹੜੀ ਮੇਰੀ ਇਸ ਸੇਵਾ ਦੀ ਹੋਈ ਸੀ, ਉਹ ਇਸ ਘਟਨਾ ਤੋਂ ਹੋਈ ਕਿ ਮੈਂ ਰਸਤੇ ਦੇ ਵਿੱਚ ਹੀ, ਉਦੋਂ ਮੈਂ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਵੀ ਲਾਇਆ ਕਰਦਾ ਸੀ। ਅੱਜ ਤੋਂ 16 ਸਾਲ ਪਹਿਲਾਂ ਦੀ ਗੱਲ ਹੈ। ਤਾਂ ਇੱਕ ਭੈਣ ਜਿਹੜੀ ਉਹ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸੀ। ਉਹਨਾਂ ਦੇ ਸਾਰੇ ਬਲੀਡਿੰਗ ਹੋ ਰਹੀ ਸੀ ਮੂੰਹ ਦੇ ਫੇਸ ਤੋਂ। ਜਿਹੜਾ ਉਹਨਾਂ ਦਾ ਐਕਸੀਡੈਂਟ ਬਹੁਤ ਭਿਆਨਕ ਹੋਇਆ ਸੀ। ਉਹਨਾਂ ਦੇ ਨਾਲ ਇੱਕ ਬੱਚਾ ਸੀ 4 ਸਾਲ ਦਾ। ਤਾਂ ਕੋਈ ਵੀ ਉਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਤਾਂ ਮੈਨੂੰ ਇੱਕ ਲੇਡੀਜ਼ ਨੇ ਆਵਾਜ਼ ਮਾਰ ਕੇ ਕਿਹਾ ਕਿ ਦੇਖੋ, ਲੇਡੀਜ਼ ਇੱਕ ਜਿਹੜੇ ਨੇ ਉਹ
ਐਕਸੀਡੈਂਟ ਹੋਇਆ, ਕੋਈ ਚੁੱਕ ਨਹੀਂ ਰਿਹਾ। ਤਾਂ ਮੈਂ ਹਿੰਮਤ ਕਰਕੇ ਉਹਨਾਂ ਨੂੰ ਹਸਪੀਟਲ ਖੜਿਆ, ਤਾਂ ਉਹਨਾਂ ਨੇ ਫਸਟ ਏਡ ਕੀਤੀ। ਔਰ ਮੇਰੀ ਅਜੇ ਮੈਰਿਜ ਹੋਈ ਨੂੰ ਮੈਨੂੰ ਲੱਗਦਾ ਕਿ ਹਫ਼ਤਾ ਹੀ ਹੋਇਆ ਸੀ। ਤਾਂ ਮੈਂ ਘਰ ਵੀ ਨਹੀਂ ਦੱਸਿਆ ਕੁਛ ਵੀ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਾਤੋਂ ਰਾਤ ਜਿਹੜਾ ਆ ਉਹ ਆਪਾਂ ਫਸਟ ਏਡ ਤਾਂ ਦੇਤੀ ਆ, ਬਟ ਇਹਨਾਂ ਨੂੰ KD ਹਸਪੀਟਲ ਅੰਮ੍ਰਿਤਸਰ ਰੈਫਰ ਕਰਨਾ ਪੈਣਾ ਕਿਉਂਕਿ ਇਹਨਾਂ ਦੇ ਆਪਰੇਟ ਹੋਏਗਾ। ਤਾਂ ਉਸੇ ਟਾਈਮ ਮੈਂ ਬਿਨਾਂ ਸੋਚੇ ਸਮਝੇ ਐਂਬੂਲੈਂਸ ਦੇ ਵਿੱਚ ਉਸ ਭੈਣ ਦੇ ਨਾਲ ਬੈਠਾ, ਔਰ ਰਸਤੇ ਦੇ ਵਿੱਚ ਉਸ ਭੈਣ ਨੇ ਮੇਰਾ ਹੱਥ ਫੜ ਕੇ ਕਿਹਾ ਕਿ ਮੇਰਾ ਬੱਚਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੇਰਾ ਬੱਚਾ ਬਿਲਕੁਲ ਠੀਕ ਆ। ਉਸ ਤੋਂ ਬਾਅਦ ਉਹ ਭੈਣ ਜਿਹੜੀ ਆ ਬੇਹੋਸ਼ ਹੋ ਜਾਂਦੀ ਆ। ਤਾਂ ਮੈਂ ਵੀ ਘਬਰਾ ਜਾਂਦਾ ਕਿ ਸ਼ਾਇਦ ਪਤਾ ਨਹੀਂ ਕੀ ਹੋਇਆ। ਔਰ ਉਸ ਤੋਂ ਬਾਅਦ ਜਦੋਂ ਮੈਂ ਹਸਪੀਟਲ ਉਹਨਾਂ ਨੂੰ ਲੈ ਕੇ ਜਾਂਦਾ KD ਹਸਪੀਟਲ, ਤਾਂ ਉੱਥੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਆਪਰੇਸ਼ਨ ਹੋਣਾ ਆ, ਇਹਨਾਂ ਨੂੰ ਬਲੱਡ ਦੀ ਲੋੜ ਆ। ਮੈਂ ਪਹਿਲੀ ਵਾਰ ਉਸ ਭੈਣ ਨੂੰ ਆਪਣਾ ਬਲੱਡ ਵੀ ਦਿੱਤਾ, ਔਰ ਉਹਨਾਂ ਨੇ ਉਹਦਾ ਰਾਤੋਂ ਰਾਤ ਆਪਰੇਸ਼ਨ ਕੀਤਾ। ਔਰ ਰਾਤ ਪੈਂਦਿਆਂ ਜਦੋਂ ਸਵੇਰ ਹੁੰਦੀ ਹੈ ਤਾਂ ਉਦੋਂ ਤੱਕ ਪਤਾ ਚੱਲ ਜਾਂਦਾ ਕਿ ਉਹ ਕਿੱਥੋਂ ਦੇ ਸੀ। ਸਮਾਂ ਬੀਤਦਾ 10 ਸਾਲ ਬਾਅਦ ਜਦੋਂ ਮੈਂ ਕੀਰਤਨ ਲਾਈਨ ਦੇ ਵਿੱਚ ਮੇਰਾ ਨਾਮ ਬਣਦਾ, ਤਾਂ ਮੈਂ ਕੀਰਤਨ ਇੱਕ ਸਟੇਜ 'ਤੇ ਕਰ ਰਿਹਾ ਹੁੰਦਾ। ਤਾਂ ਕੀਰਤਨ ਸਮਾਪਤੀ ਤੋਂ ਬਾਅਦ ਇੱਕ ਲੇਡੀਜ਼ ਜਿਹੜੇ ਨੇ ਉਹ ਮੇਰੇ ਕੋਲ ਆ ਕੇ ਅਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਦੀ ਹਜ਼ੂਰੀ 'ਚ ਮੈਨੂੰ ਘੁੱਟ ਕੇ ਗਲਵੱਕੜੀ ਪਾ ਲੈਂਦੀ ਆ। ਤਾਂ ਮੈਂ ਬੜਾ ਹੈਰਾਨ ਹੁੰਦਾ, ਮੇਰੇ ਨਾਲ ਦੇ ਸਾਥੀ ਵੀ, ਸੰਗਤ ਵੀ ਦੇਖ ਰਹੀ ਹੈ ਵੀ ਇਹ ਮਤਲਬ ਇਸ ਤਰ੍ਹਾਂ ਦਾ ਕੀ ਹੋਇਆ। ਜਿਹੜਾ ਉਹ ਮੈਂ ਸੋਚਿਆ ਸ਼ਾਇਦ ਇਹਨਾਂ ਨੂੰ ਸ਼ਬਦ ਕੀਰਤਨ ਵਧੀਆ ਲੱਗਾ ਜਾਂ ਕਿਸ ਤਰ੍ਹਾਂ ਵੀ ਆ। ਬਟ ਉਸ ਸਮੇਂ ਉਸ ਭੈਣ ਦੇ ਮੂੰਹ 'ਚੋਂ ਇੱਕ ਅਸੀਸ ਨਿਕਲੀ ਕਿ ਮੈਂ ਵੀਰ ਜੀ ਉਹ ਲੇਡੀ ਆ ਜਿਨ੍ਹਾਂ ਦੀ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਜਾਨ ਬਚਾਈ ਸੀ। ਤਾਂ ਮੇਰੇ ਵਾਸਤੇ ਉਹਨਾਂ ਦੀ ਅਸੀਸ ਜਿਹੜੀ ਆ ਉਹ ਬਹੁਤ ਲੱਖਾਂ ਕਰੋੜਾਂ ਰੁਪਏ ਵਰਗੀ ਆ। ਮੈਂ ਸਮਝਦਾ ਕਿ ਇਹਨਾਂ ਸੇਵਾਵਾਂ ਦਾ ਫਲ ਜਿਹੜਾ ਗੁਰੂ ਸਾਹਿਬ ਉਹ ਸਾਰਿਆਂ ਨੂੰ ਦਿੰਦੇ ਆ। ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ ਕਿ ਕਿਸ ਤਰੀਕੇ ਨਾਲ ਤੁਸੀਂ ਪਟਿਆਲਾ ਜ਼ਿਲ੍ਹੇ ਪਹੁੰਚੇ, ਅਤੇ ਪਿਛੋਕੜ ਵੀ ਇਸ ਗੱਲ ਦੀ, ਪਿਛੋਕੜ 'ਤੇ ਵੀ ਝਾਤ ਪਾਓ, ਅਤੇ ਇਹ ਵੀ ਗੱਲ ਦੱਸੋ ਕਿ ਇਹ ਸਾਰਾ ਤੁਹਾਡੇ ਕੋਲ ਛੁਪਾਇਆ ਕਿਉਂ ਗਿਆ ਸੀ? ਸਾਰੀਆਂ ਗੱਲਾਂ ਇਹ ਹੋਇਆ ਕੀ? ਦੇਖੋ, ਛੁਪਾਉਣ ਪਿੱਛੇ ਜਿਹੜੇ ਕਾਰਨ ਸੀਗੇ, ਜਿਹੜੇ ਮੇਰੇ ਪੇਰੈਂਟਸ ਸੀਗੇ, ਗ੍ਰੈਂਡਫਾਦਰ, ਦਾਦੀ ਦਾਦਾ, ਮੇਰੇ ਪਿਤਾ ਜੀ ਦੇ ਮਰਨ ਤੋਂ ਬਾਅਦ ਉਹਨਾਂ ਨੇ ਮੇਰੀ ਸਾਂਭ ਸੰਭਾਲ ਕੀਤੀ ਆ। ਤਾਂ ਉਹਨਾਂ ਚੀਜ਼ਾਂ ਨੂੰ ਮੈਂ ਕਿਸੇ ਨੂੰ ਵੀ ਕੋਈ ਦੋਸ਼ ਨਹੀਂ ਦੇਣਾ ਚਾਹੁੰਦਾ, ਕਿਉਂਕਿ ਮੇਰੇ ਦਾਦਾ ਦਾਦੀ ਨੇ ਜੇ ਮੇਰੇ ਤੋਂ ਇਹ ਰਾਜ ਛੁਪਾਇਆ, ਪਰ ਮੈਨੂੰ ਇੱਥੋਂ ਤੱਕ ਪਰਵਰਿਸ਼ ਭਾਈ ਜਗਜੀਤ ਸਿੰਘ ਬਣਾਉਣ ਤੱਕ ਵੀ ਉਹਨਾਂ ਦਾ ਬਹੁਤ ਵੱਡਾ ਹੱਥ ਆ। ਦਾਦਾ ਦਾਦੀ ਜੀ ਇਸ ਦੁਨੀਆ 'ਚ ਹੈ ਨੇ? ਨਹੀਂ ਜੀ, ਕੋਈ ਨਹੀਂ ਆ। 2014 'ਚ ਮੇਰੇ ਦਾਦਾ ਜੀ ਐਕਸਪਾਇਰ ਹੋ ਜਾਂਦੇ ਨੇ। ਉਸ ਤੋਂ ਪਹਿਲਾਂ ਮੈਂ +1 'ਚ ਸੀਗਾ ਜਦੋਂ ਦਾਦੀ ਜੀ ਐਕਸਪਾਇਰ ਹੋ ਜਾਂਦੇ। ਅਤੇ ਮੇਰਾ ਤਾਇਆ ਤਾਈ ਜੀ ਉਹ ਵੀ ਦੋਨੋਂ, ਜਦੋਂ ਤੱਕ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈ, ਉਦੋਂ ਤੱਕ ਮੇਰੇ ਕਰੀਬੀ ਰਿਸ਼ਤੇਦਾਰ ਜਿਹੜੇ ਉਹ ਜਾ ਚੁੱਕੇ ਸੀ। ਤੁਹਾਡਾ ਜਨਮ ਕਿੱਥੇ ਹੋਇਆ ਅਤੇ ਕਿਉਂ ਤੁਹਾਡੇ ਮਾਪੇ ਜਿਹੜੇ ਆ ਇੱਕ ਦੂਜੇ ਤੋਂ ਅਲੱਗ ਹੋ ਗਏ, ਅਤੇ ਤੁਹਾਨੂੰ ਕੀ ਦੱਸਿਆ ਗਿਆ ਸੀ? ਇਸ ਗੱਲ ਦੀ ਪੂਰੀ ਜਾਣਕਾਰੀ ਦੇ ਦਿਓ। ਮੇਰਾ ਜਨਮ ਹਰਿਆਣੇ 'ਚ ਹੁੰਦਾ ਜੀ। ਮੇਰੇ ਦਾਦਾ ਜੀ ਜਿਹੜੇ ਨੇ ਉਹ ਹਰਿਆਣਾ ਪੁਲਿਸ 'ਚ ਜੋਬ ਕਰਦੇ ਸੀ ਉੱਥੇ। ਤਾਂ ਜਦੋਂ ਹਰਿਆਣਾ ਪੰਜਾਬ ਦੀ ਵੰਡ ਹੁੰਦੀ ਹੈ, ਅਤੇ ਉੱਥੇ ਹੀ ਸਾਡਾ ਜਿਹੜਾ ਨੰਬਰ ਸੀਗਾ ਸਰਕਾਰੀ ਕੁਆਟਰਾਂ 'ਚ ਆਪਾਂ ਰਹਿੰਦੇ ਸੀ। ਮੇਰਾ ਬਰਥ ਉੱਥੇ ਹੁੰਦਾ। ਮੇਰੇ ਜਿਹੜੇ ਫਾਦਰ ਸਾਹਿਬ ਆ ਉੱਥੇ ਹੀ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ। ਉਸ ਤੋਂ ਬਾਅਦ ਮੇਰੇ ਮੰਮੀ ਜਿਹੜੇ ਆ ਮੈਨੂੰ 1 ਸਾਲ ਉਹਨਾਂ ਨੇ ਦੁੱਧ ਵੀ ਆਪਣਾ ਪਿਆਇਆ, 2-3 ਸਾਲ ਮੈਨੂੰ ਪਾਲਿਆ। ਤਾਂ ਉਸ ਤੋਂ ਬਾਅਦ ਸ਼ਾਇਦ ਮੇਰੇ ਨਾਨਕੇ ਔਰ ਦਾਦਕਾ ਪਰਿਵਾਰ 'ਚ ਆਪਸ 'ਚ ਕੀ ਗੱਲਬਾਤ ਹੋਈ ਉਸ ਚੀਜ਼ ਦਾ ਮੈਂ, ਕਿਉਂਕਿ ਪਰਸਨਲ ਮੈਟਰ ਆ, ਮੈਂ ਕੁਛ ਵੀ ਉਹ ਨਹੀਂ ਸ਼ੇਅਰ ਕਰਨਾ ਚਾਹੁੰਦਾ, ਔਰ ਨਾ ਹੀ ਮੈਂ ਉਹਨਾਂ ਕੋਲ ਅੱਜ ਤੱਕ ਪੁੱਛਿਆ। ਤਾਂ ਉਸ ਦੌਰਾਨ ਫਿਰ ਮੇਰੀ ਮਾਤਾ ਜੀ ਨੂੰ ਮੇਰੇ ਜਿਹੜੇ ਨਾਨਕਾ ਪਰਿਵਾਰ ਉਹ ਵਾਪਸ ਲੈ ਆਉਂਦਾ। ਅਤੇ ਇਸ ਕਰਕੇ ਮੈਂ ਜਦੋਂ ਬਚਪਨ 'ਚ ਵੱਡਾ ਹੁੰਦਾ ਆ, ਮੇਰੇ ਦਾਦੀ ਦਾਦੇ ਨੇ ਮੈਨੂੰ ਪਾਲਿਆ, ਮੇਰੀ ਭੂਆ ਨੇ ਮੈਨੂੰ ਬੜਾ ਪਿਆਰ ਕੀਤਾ, ਔਰ ਮੈਂ ਆਪਣੇ ਦਾਦੀ ਦਾਦੇ ਨੂੰ ਆਪਣਾ ਪੇਰੈਂਟ ਸਮਝਦਾ ਰਿਹਾ। ਔਰ ਉਸ ਤੋਂ ਬਾਅਦ ਜਦੋਂ ਮੇਰੇ ਦਾਦੀ ਜੀ ਦੀ ਮੌਤ ਹੁੰਦੀ ਹੈ, ਥੋੜ੍ਹਾ ਮੈਂ ਸਿਆਣਾ ਹੁੰਦਾ, ਅਤੇ ਮੈਨੂੰ ਘਰ ਦੇ ਵਿੱਚ ਮੇਰੇ ਪੇਰੈਂਟਸ ਦੀ ਜਿਹੜੀ ਐਲਬਮ ਲੱਭਦੀ ਹੈ, ਫੋਟੋਆਂ ਜਿਹੜੀਆਂ ਮੈਰਿਜ ਦੀਆਂ। ਤਾਂ ਉਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਮਤਲਬ ਇਹ ਕਿਸ ਤਰ੍ਹਾਂ, ਇਹ ਕਿਹਨਾਂ ਦੀ ਐਲਬਮ ਆ? ਤਾਂ ਉਹਨਾਂ ਨੇ ਉਦੋਂ ਦੱਸਿਆ ਕਿ ਤੇਰੇ ਜਿਹੜੇ ਮਦਰ ਫਾਦਰ ਨੇ ਉਹਨਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਸੀ। ਯਾਨੀ ਕਿ ਉਹ ਕਿਤੋਂ ਨਾ ਕਿਤੋਂ ਮਤਲਬ ਉਹਨਾਂ ਨੇ ਮੈਨੂੰ ਪਾਲਿਆ। ਮੈਂ ਥੋੜ੍ਹਾ ਬਿਮਾਰ ਵੀ ਸੀ ਪਹਿਲਾਂ, ਤਾਂ ਉਹਨਾਂ ਨੇ ਸ਼ਾਇਦ ਇਸ ਕਰਕੇ ਹੀ ਲੁਕਾ ਰੱਖਿਆ ਕਿ ਇਹਨੂੰ ਕਿਸ ਚੀਜ਼ ਦਾ ਅਜੇ ਤੱਕ ਨਾ ਪਤਾ ਲੱਗੇ। ਤਾਂ ਉਹਨਾਂ ਨੇ ਮੈਨੂੰ ਉਦੋਂ ਵੀ ਇਹ ਗੱਲ ਕਹੀ ਕਿ ਤੇਰੇ ਫਾਦਰ ਮਦਰ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਹੈ। ਉਹਨਾਂ ਨੇ ਮੈਨੂੰ ਇਹ ਨਹੀਂ ਸੀ ਦੱਸਿਆ ਕਿ ਤੇਰੀ ਮਾਂ ਅਜੇ ਵੀ ਹੈ। ਤਾਂ ਉਸ ਤੋਂ ਬਾਅਦ ਜਦੋਂ ਮੇਰੇ ਫਾਦਰ ਸਾਹਿਬ, ਗ੍ਰੈਂਡਫਾਦਰ ਜਿਹੜੇ, ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਮੇਰੀ ਮੈਰਿਜ ਹੁੰਦੀ ਹੈ, ਬੱਚੇ ਹੁੰਦੇ ਨੇ। ਤਾਂ ਮੈਨੂੰ ਪਿਛਲੇ 5-6 ਸਾਲਾਂ ਤੋਂ ਮੇਰੀਆਂ ਭੂਆ ਤੋਂ ਜਾਂ ਕੁਝ ਕੁ ਮੇਰੇ ਰਿਸ਼ਤੇਦਾਰ, ਮੇਰੇ ਇੱਕ ਤਾਇਆ ਜੀ ਨੇ ਸੁਰਜੀਤ ਸਿੰਘ ਜੀ ਇੰਸਪੈਕਟਰ, ਉਹਨਾਂ ਪਾਸੋਂ ਮੈਨੂੰ ਥੋੜ੍ਹਾ ਬਹੁਤ ਪਤਾ ਲੱਗਦਾ ਹੈ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਆ। ਤਾਂ ਮੈਂ ਉਦੋਂ ਤੋਂ ਆਪਣੀ ਮਾਂ ਦੀ ਭਾਲ 'ਚ ਸੀਗਾ ਕਿ ਮੇਰੀ ਮਾਂ ਕਿੱਥੇ ਆ, ਕਿਉਂਕਿ ਜੋਬ ਜਿਹੜੀ ਆ ਉਹ ਹਰਿਆਣੇ 'ਚ ਸੀਗੀ। ਤੁਸੀਂ ਇੱਕ ਸਾਰਿਆਂ ਦੇ ਮਨ ਦੇ ਵਿੱਚ ਇਹ ਵੀ ਬੜਾ ਵੱਡਾ ਕੁਐਸਚਨ ਹੋਵੇਗਾ ਕਿ ਤੁਹਾਡੀ ਮਾਂ ਨੂੰ ਤਾਂ ਤੁਹਾਡਾ ਪਤਾ ਸੀ, ਜੇ ਤੁਹਾਨੂੰ ਨਹੀਂ ਪਤਾ ਤਾਂ ਮਾਂ ਨੂੰ ਪਤਾ ਸੀ, ਮਾਂ ਮੇਰੇ ਤੱਕ ਪਹੁੰਚ ਸਕਦੀ। ਪਰ ਉਹਦਾ ਇਹ ਆਨਸਰ ਇਹ ਹੈ ਕਿ ਹਰਿਆਣੇ ਦੇ ਵਿੱਚ ਮੇਰੇ ਫਾਦਰ ਸਾਹਿਬ ਔਰ ਮਦਰ ਦੀ ਮੈਰਿਜ ਹੁੰਦੀ ਆ।
ਰਿਟਾਇਰਮੈਂਟ ਤੋਂ ਬਾਅਦ ਜਦੋਂ ਮੇਰੀ ਮਾਂ ਵਿਛੜਦੀ ਹੈ, ਤੇ ਰਿਟਾਇਰਮੈਂਟ ਤੋਂ ਬਾਅਦ ਮੇਰੇ ਦਾਦਾ ਜੀ ਜਿਹੜੇ ਉਹ ਪੰਜਾਬ 'ਚ ਆ ਕੇ ਵੱਸਦੇ ਆ। ਇਹ ਵੀ ਸਵਾਲ ਸੀ ਕਿ ਕਾਦੀਆਂ ਹੀ ਆ ਕੇ ਵਸਣ ਦਾ ਕੀ ਕਾਰਨ ਸੀ? ਕਿਉਂਕਿ ਸਾਡਾ ਪਿੰਡ ਜਿਹੜਾ ਹੈ ਉਹ ਧੰਨੇ ਕਾਦੀਆਂ ਤੋਂ 4 ਕਿਲੋਮੀਟਰ ਹੈ, ਔਰ ਉੱਥੇ ਸ਼ਹਿਰ 'ਚ ਰਹਿੰਦੇ ਸੀਗੇ, ਔਰ ਮੇਰੀ ਦਾਦੀ ਦਾਦੇ ਦਾ ਕਹਿਣਾ ਸੀ ਕਿ ਆਪਾਂ ਪਿੰਡ 'ਚ ਨਹੀਂ ਰਹਿਣਾ ਔਰ ਕਾਦੀਆਂ ਹੀ ਆਉਣਾ, ਇਸ ਕਰਕੇ ਉਹ ਆਪਾਂ ਸਿੱਧੇ ਪਿੰਡ ਤੋਂ ਕਾਦੀਆਂ ਆਣ ਕੇ ਵਸੇ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਦਾ ਕਿ ਮੇਰੀ ਮਾਂ ਜੇ ਜਿਉਂਦੀ ਆ, ਤਾਂ ਮੈਂ ਬੜੇ ਦੁਖੀ ਵੀ ਰਹਿਣਾ ਸ਼ੁਰੂ ਕਰ ਦਿੱਤਾ ਕਿ ਯਾਰ ਮੇਰੀ ਮਾਂ ਹੈ ਕਿ ਪਤਾ ਨਹੀਂ ਹੈ ਇਸ ਦੁਨੀਆ 'ਤੇ ਕਿ ਨਹੀਂ ਹੈ, ਕਿ ਮੈਂ ਇਹੋ ਸੋਚਦਾ ਸੀ ਕਿ ਜਿੰਨੇ ਮੈਨੂੰ ਇਸ ਦੁਨੀਆ ਦਿਖਾਈ ਆ ਮੈਂ ਕਿਰਪਾ ਕਰਕੇ ਉਹਦੇ ਦਰਸ਼ਨ ਕਰ ਸਕਾਂ। ਤਾਂ ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਬਾਕੀ ਚੈਨਲਾਂ 'ਤੇ ਵੀ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਮੈਂ ਆਪਣੀ ਮਾਂ ਤੱਕ ਜਿਹੜਾ ਉਹ ਫਾਈਂਡ ਆਊਟ ਕਰਕੇ ਫਿਰ ਗੁਰੂ ਰਾਮਦਾਸ ਜੀ ਨੇ ਮੈਨੂੰ ਮੇਰੀ ਮਾਂ ਨਾਲ ਮਿਲਾਤਾ। ਅੱਜ ਜਦੋਂ ਤੁਸੀਂ ਮਿਲੇ ਜਾਂ ਨਾਨਕੇ ਘਰ ਗਏ, ਇਹ ਵੀ ਜਾਣਕਾਰੀ ਮਿਲੀ ਕਿ ਉਹ ਕਿਸੇ ਦੂਸਰੇ ਘਰ ਰਹਿੰਦੇ ਸੀ, ਉਸੇ ਦਿਨ ਹੀ ਮੁਲਾਕਾਤ ਹੋ ਗਈ ਕਿ ਦੁਬਾਰਾ ਜਾਣਾ ਪਿਆ ਫਿਰ? ਨਹੀਂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਦੋਂ ਨਾਨਕੇ ਦੇ ਪਿੰਡ ਪਹੁੰਚਿਆ, ਪਿੰਡ ਬੋਹੜਪੁਰਾ ਪਟਿਆਲਾ ਤੋਂ ਰਾਜਪੁਰਾ ਰੋਡ 'ਤੇ, ਤਾਂ ਮੈਂ ਆਪਣੀ ਸਭ ਤੋਂ ਪਹਿਲਾਂ ਨਾਨੀ ਨੂੰ ਮਿਲਿਆ ਸੀਗਾ। ਸਭ ਤੋਂ ਪਹਿਲਾਂ ਨਾਨੀ ਦੇ ਦਰਸ਼ਨ ਕੀਤੇ ਸੀਗੇ 35 ਸਾਲਾਂ ਬਾਅਦ ਨਾਨੀ ਦੇ ਵੀ, ਔਰ ਜਿਹੜਾ ਸੀਨ ਤੁਸੀਂ ਮਾਂ ਦੇ ਮਿਲਾਪ ਦਾ ਦੇਖਿਆ ਸੇਮ ਉਹੀ ਸੀਨ ਮੇਰੀ ਨਾਨੀ ਨਾਲ ਹੋਇਆ ਸੀ। ਤਾਂ ਨਾਨੀ ਦੇ ਮਿਲਣ ਤੋਂ ਬਾਅਦ ਫਿਰ ਮੈਨੂੰ ਮੇਰੇ ਰਿਸ਼ਤੇਦਾਰ, ਮੇਰੀਆਂ ਮਾਸੀਆਂ ਬਾਰੇ ਪਤਾ ਲੱਗਾ, ਮੇਰੇ ਮਾਮਾ ਜੀ ਬਾਰੇ ਪਤਾ ਲੱਗਾ ਕਿ ਉਹ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ, ਇੰਗਲੈਂਡ ਦੇ ਵਿੱਚ ਨੇ। ਔਰ ਮਾਂ ਬਾਰੇ ਜਦੋਂ ਪਤਾ ਲੱਗਾ ਕਿ ਮਾਂ ਦੀ ਜਿਹੜੀ ਅੱਗੋਂ ਉਹਨਾਂ ਨੇ ਜਿੱਥੇ ਮੈਰਿਜ ਕੀਤੀ ਸੀ ਉਹ ਵੀ ਦੁੱਖਾਂ ਭਰੀ ਜ਼ਿੰਦਗੀ ਰਹੀ ਆ, ਕਿਉਂਕਿ ਇਹਦੇ ਵਿੱਚ ਆਪਾਂ ਦੋਨੋਂ ਕਿਸੇ ਨੂੰ ਕੋਸਦੇ ਨਹੀਂ ਆ, ਮੇਰੇ ਔਰ ਮੇਰੀ ਮਾਂ ਦੇ ਕਰਮ ਆਪਣੇ ਨਾਲ ਨੇ, ਔਰ ਅੱਗੇ ਉਹਨਾਂ ਨੂੰ ਕੋਈ ਜ਼ਿਆਦਾ ਸੁੱਖ ਨਹੀਂ ਮਿਲਿਆ। ਤਾਂ ਉਸ ਵੇਲੇ ਮਾਂ ਨੂੰ ਨਹੀਂ ਸੀ ਮਿਲਿਆ, ਮੈਂ ਆਪਣੀ ਨਾਨੀ ਨੂੰ ਮਿਲ ਕੇ ਮੈਂ ਵਾਪਸ ਆ ਗਿਆ ਸੀ। ਫਿਰ ਅਗਲੇ ਦਿਨ ਮੈਂ ਆਪਣੀ ਫੈਮਿਲੀ ਔਰ ਆਪਣੇ ਫਰੈਂਡਸ ਦੇ ਨਾਲ ਜਿਹੜਾ ਉਹ ਮਾਂ ਨੂੰ ਮਿਲਿਆ। ਉਹ ਤੇ ਸੋਸ਼ਲ ਮੀਡੀਆ 'ਤੇ ਸਾਰਿਆਂ ਨੇ ਦੇਖ ਲਿਆ ਕਿੰਨੇ ਭਾਵੁਕ ਪਲ ਸੀ ਉਹ। ਜਾਂ ਇਹ ਸਵਾਲ ਆ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਮਾਤਾ ਜੀ ਜਿੰਦਾ ਨੇ, ਸਹੀ ਸਲਾਮਤ ਨੇ, ਤੁਸੀਂ ਉਹਨਾਂ ਨੂੰ ਅਗਲੇ ਦਿਨ ਉਹ ਰਾਤ ਕਿੱਦਾਂ ਕੱਢੀ ਤੇ ਕੀ ਚੱਲਿਆ ਦਿਮਾਗ 'ਚ? ਉਹ ਰਾਤ ਮੇਰੇ ਵਾਸਤੇ ਅੱਜ ਤੱਕ ਦੀ 35 ਸਾਲਾਂ ਦੀ ਸਭ ਤੋਂ ਦੁੱਖ ਭਰੀ ਅਤੇ ਲੰਬੀ ਰਾਤ ਸੀ, ਕਿਉਂਕਿ ਮੈਂ ਆਪਣੀ ਮਾਂ ਨੂੰ ਜੇ ਮੈਨੂੰ ਮਾਂ ਅੱਜ 35 ਸਾਲਾਂ ਬਾਅਦ ਪਤਾ ਲੱਗਾ ਕਿ ਮੇਰੀ ਜਨਨੀ ਜਿਹੜੀ ਆ ਉਹ ਜਿੰਦਾ ਆ, ਅਤੇ ਉਹ ਕਿਸ ਹਾਲਤ ਦੇ ਵਿੱਚ ਆ। ਚਲੋ ਦੁੱਖ ਜ਼ਿੰਦਗੀ ਦੇ ਜਿਹੜੇ ਆ ਉਹ ਸਾਰੇ ਚੱਲਦੇ ਰਹਿੰਦੇ ਨੇ, ਦੁੱਖਾਂ ਸੁੱਖਾਂ ਦੀ ਕੋਈ ਗੱਲ ਨਹੀਂ, ਪਰ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਲੱਗਾ ਕਿ ਉਹਦੀ ਆਪਣੀ ਜਿਹੜੀ ਲੱਤ ਆ ਉਹ ਟੁੱਟੀ ਹੋਈ ਸੀ, ਅਤੇ ਉਹ ਵਾਕਰ ਦੇ ਨਾਲ ਤੁਰਦੀ ਆ ਔਰ ਚੱਲ ਨਹੀਂ ਸਕਦੀ। ਔਰ ਮੈਂ ਆਪਣੇ ਆਪ ਨੂੰ ਕੋਸਣਾ ਸ਼ੁਰੂ ਕੀਤਾ ਕਿ ਮੈਂ ਕਈਆਂ ਮਾਵਾਂ ਦੇ ਆਪਣੇ ਹੱਥਾਂ ਨਾਲ ਆਪਰੇਟ ਕਰਵਾ ਚੁੱਕਾ ਹਾਂ, ਕਈਆਂ ਦੀਆਂ ਲੱਤਾਂ ਆਪਰੇਟ ਕਰਵਾ ਚੁੱਕਾ ਹਾਂ, ਔਰ ਮੇਰੀ ਆਪਣੀ ਮਾਂ ਦੀ ਜਿਹੜੀ ਉਹ ਲੱਤ ਟੁੱਟੀ ਸੀ। ਉਹ ਰਾਤ ਮੇਰੇ ਵਾਸਤੇ ਬਹੁਤ ਔਖੀ ਲੰਘੀ। ਨੀਂਦ ਆ ਗਈ ਸੀ ਉਸ ਰਾਤ? ਨਹੀਂ, ਨੀਂਦ ਕੋਈ ਨਹੀਂ ਆਈ। ਮੈਂ ਉਸ ਰਾਤ ਪਹਿਲੀ ਵਾਰ ਡਿਪਰੈਸ਼ਨ 'ਚ ਜਾ ਕੇ ਰੋਇਆ, ਕਿਉਂਕਿ ਮੇਰਾ ਹੁਣ ਤੱਕ ਸੋਸ਼ਲ ਵਰਕ ਦੇ ਵਿੱਚ ਮੇਰੇ 20 ਸਾਲਾਂ ਦੇ ਵਿੱਚ ਮੇਰੇ ਨਾਲ ਇਹੋ ਜਿਹੇ ਇੰਸੀਡੈਂਟਸ ਹੋਏ ਆ ਕਿ ਡਾਕਟਰਾਂ ਦੇ ਨਾਲ ਰਹਿ ਕੇ ਜਿਹੜਾ ਮਨ ਸੀਗਾ ਉਹ ਪੱਥਰ ਬਣ ਚੁੱਕਾ ਸੀਗਾ। ਪਰ ਉਸ ਰਾਤ ਮੈਂ ਜਿੱਦਣ ਸਵੇਰੇ ਨਿਕਲਦਾ ਹਾਂ ਘਰੋਂ ਔਰ ਮਾਂ ਦੇ ਮਿਲਣ ਤੱਕ ਮੇਰਾ ਜਿਹੜਾ ਹਿਰਦਾ ਜਿਹੜਾ ਆ ਉਹ ਬਹੁਤ ਜਿਹੜਾ ਇਮੋਸ਼ਨਲ ਸੀਗਾ। ਅੰਦਰੋਂ ਅੰਦਰ ਹੀ ਮੈਂ ਆਪਣੇ ਆਪ ਨੂੰ ਕੋਸ ਰਿਹਾ ਸੀ, ਔਰ ਰਾਤ ਔਰ ਉਹ ਮਾਂ ਤੱਕ ਪਹੁੰਚਣ ਦਾ ਸਫ਼ਰ ਜਿਹੜਾ ਸੀ ਮੈਂ ਉਹ ਵੇਟ ਕਰ ਰਿਹਾ ਸੀ ਕਿ ਕਿਹੜੇ ਟਾਈਮ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੋਵਾਂ। ਉਹ ਜਜ਼ਬਾਤ, ਉਹ ਫੀਲਿੰਗ, ਉਹ ਸਮਾਂ ਇੱਕ ਕਿਹਾ ਜਾਵੇ ਕਿ ਤੁਹਾਡੇ ਲਈ ਅਲੌਕਿਕ ਸੀ, ਕਿਉਂਕਿ ਮਾਂ ਮਿਲ ਗਈ। ਹੁਣ ਗਾਂ ਅੱਗੇ ਭਵਿੱਖ ਦੀ ਗੱਲ ਕੀਤੀ ਜਾਵੇ ਤਾਂ ਕੀ ਹੁਣ ਤੁਸੀਂ ਆਪਣੀ ਮਾਂ ਨਾਲ ਰਹੋਗੇ, ਜਾਂ ਜਿਹੜੇ ਬਾਕੀ ਭੈਣ ਭਾਈ ਨੇ ਉਹਨਾਂ ਨੂੰ ਨਾਲ ਲਿਆਓਗੇ, ਉਹਨਾਂ ਦਾ ਇਲਾਜ ਕਰਾਓਗੇ? ਅਗਾਂਹ ਦਾ ਕੀ ਸੋਚਿਆ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਮੇਰਾ ਨਾਨਕਾ ਪਰਿਵਾਰ ਉਹ ਵੈਲ ਸੈਟਲਡ ਆ, ਉਹਨਾਂ ਨੇ ਮੇਰੀ ਮਾਂ ਦੀ ਬੜੀ ਵਧੀਆ ਕੇਅਰ ਟੇਕ ਕੀਤੀ ਹੋਈ ਆ। ਔਰ ਬਾਕੀ ਰਹਿ ਗਈ ਗੱਲ ਮਾਂ ਦੀ, ਮਾਂ ਨੂੰ ਮੈਂ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਕਿ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਨਹੀਂ ਲੈ ਕੇ ਆਵਾਂਗਾ। ਮੈਂ 1-2 ਦਿਨ ਤੱਕ ਹੀ ਆਪਣੀ ਮਾਂ ਨੂੰ ਲੈ ਕੇ ਇੱਥੇ ਆਪਣੇ ਕੋਲ ਲੈ ਕੇ ਆਵਾਂਗਾ। ਬਾਕੀ ਮੇਰੀ ਮਾਂ ਦਾ ਜਿਸ ਤਰ੍ਹਾਂ ਹੁਕਮ ਹੋਵੇਗਾ, ਮੇਰੀ ਰਹਿੰਦੀ ਜ਼ਿੰਦਗੀ ਮੈਂ ਇਹੀ ਅਰਦਾਸ ਕਰਦਾ ਕਿ ਮੇਰੀ ਉਮਰ ਵੀ ਮੇਰੀ ਮਾਂ ਨੂੰ ਲੱਗੇ, ਔਰ ਮੈਂ ਪੂਰੀ ਤਨਦੇਹੀ ਨਾਲ ਆਪਣੀ ਮਾਂ ਦਾ ਇਲਾਜ, ਆਪਣੀ ਮਾਂ ਦੀ ਸੇਵਾ ਜਿਹੜੀ ਉਹ ਇੱਥੇ ਰੱਖ ਕੇ ਕਰਾਂਗਾ। ਬਾਕੀ ਹੁਣ ਉੱਥੇ ਦੇ ਭਾਈ ਭੈਣ ਨੇ ਉਹ ਕਿੰਨੇ ਨੇ, ਅਤੇ ਉਹਨਾਂ ਦੇ ਭਵਿੱਖ ਬਾਰੇ ਉਹ ਵੀ ਨਾਲ ਰਹਿਣਗੇ? ਅਗਰ ਉਹ ਅਨਮੈਰਿਡ ਆ ਤਾਂ ਕੀ ਨਾਲ ਰਹਿਣਗੇ? ਨਹੀਂ ਜੀ, 3 ਬੇਟੀਆਂ ਨੇ, ਤਿੰਨਾਂ ਦੀ ਮੈਰਿਜ ਹੋ ਚੁੱਕੀ ਆ, ਔਰ ਇੱਕ ਬੇਟਾ ਆ ਉਹਨੇ 10th ਕੀਤੀ ਹੋਈ ਹੈ, ਔਰ ਉਹਦੇ ਭਵਿੱਖ ਦੀ ਅਸੀਂ ਸਾਰੇ ਹੁਣ ਮੈਂ ਇਨਕਲੂਡ ਹੋ ਗਏ ਹਾਂ। ਆਪਾਂ ਸਾਰੇ ਉਹਦੇ ਭਵਿੱਖ ਵਾਸਤੇ ਵੀ ਕੁਛ ਨਾ ਕੁਛ ਕਰਾਂਗੇ। ਤੁਹਾਨੂੰ ਤਾਂ ਚਾਅ ਸੀ ਕਿ ਤੁਹਾਡੀ ਜਨਨੀ ਮਿਲ ਗਈ, ਤੁਹਾਡੀ ਮਾਂ ਮਿਲ ਗਈ, ਤੁਹਾਡੇ ਬੱਚਿਆਂ ਨੂੰ ਇਸ ਗੱਲ ਦਾ ਇਲਮ ਸੀ ਕਿ ਉਹਨਾਂ ਦੀ ਦਾਦੀ ਨੇ ਜਾਂ ਕਦੀ ਮਿਲਣਾ ਵਾ ਜਾਂ ਮਿਲਿਆ, ਉਹਨਾਂ ਨੇ ਤੁਹਾਡੇ ਨਾਲ ਮਿਲਣ ਤੋਂ ਬਾਅਦ ਜਾਂ ਮਿਲਣ ਤੋਂ ਪਹਿਲਾਂ ਕੋਈ ਗੱਲਾਂ ਕੀਤੀਆਂ? ਮਿਲਣ ਤੋਂ ਪਹਿਲਾਂ ਬਸ ਉਹਨਾਂ ਨੂੰ ਵੀ ਇਹੀ ਸੀਗਾ ਕਿ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਦਾਦੀ ਅੰਮਾ ਹੈ ਪਰ ਪਤਾ ਨਹੀਂ ਕਿੱਥੇ ਆ, ਤਾਂ ਮੇਰੀ ਬੇਟੀ ਜਿਹੜੀ ਆ ਉਹ ਕਹਿੰਦੇ ਨੇ ਕਿ ਜਿਹੜਾ ਪਿਓ ਦੇ ਨਾਲ ਧੀ ਦਾ ਬਹੁਤ ਮੋਹ ਹੁੰਦਾ। ਤਾਂ ਮੇਰੀ ਬੇਟੀ ਅਵਨੀਤ ਜਿਹੜੀ 9th 'ਚ ਪੜ੍ਹਦੀ ਆ, ਔਰ ਬੇਟਾ ਮਨਜੋਤ ਆ, ਉਹ ਮੈਨੂੰ ਗੱਲ ਵੱਕੜੀ ਲੈ ਕੇ ਮੈਨੂੰ ਉਹ ਦਿਲਾਸਾ ਦਿੰਦੇ ਸੀ ਕਿ ਨਹੀਂ ਪਾਪਾ, ਜੇ ਪੋਸੀਬਲ ਹੋਇਆ ਤਾਂ ਸਾਡੀ ਦਾਦੀ ਔਰ ਤੁਹਾਡੀ ਮਾਂ ਜ਼ਰੂਰ ਸਾਨੂੰ ਮਿਲੂਗੀ,
ਔਰ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਖੁਸ਼ੀ ਆ। ਡੇਲੀ ਉਹ ਫ਼ੋਨ 'ਤੇ ਗੱਲ ਕਰਦੇ ਆ। ਬਸ ਮੈਂ ਇਹੀ ਵੇਟ ਕਰ ਰਿਹਾ ਕਿ ਮੈਂ ਜਲਦੀ ਸਮਾਂ ਮੈਂ ਕੱਲ੍ਹ ਜਾਂ ਪਰਸੋਂ ਤੱਕ ਆਪਣੀ ਮਾਂ ਨੂੰ ਇੱਥੇ ਲੈ ਕੇ ਆਉਣਾ। ਭਾਈ ਜਗਜੀਤ ਸਿੰਘ, ਸੇਵਾ ਕਰਦਿਆਂ ਕਰਦਿਆਂ ਮਾਂ ਲੱਭ ਗਈ। ਫਿਲਮਾਂ 'ਚ ਤਾਂ ਵੇਖਿਆ ਸੀ, ਪਰ ਇਹ ਅਸਲ ਹਕੀਕਤ ਹੈ ਕਿ ਸੇਵਾ ਕੀਤੀ, ਪਰਮਾਤਮਾ ਨੇ ਉਸ ਦਾ ਫਲ ਦਿੱਤਾ। ਹੁਣ ਮਾਂ ਫਿਲਹਾਲ ਪਟਿਆਲੇ ਜ਼ਿਲ੍ਹੇ 'ਚ ਨੇ। ਆਖਦੇ ਨੇ ਕਿ 1-2 ਦਿਨਾਂ 'ਚ ਹੀ ਉਹ ਫਿਰ ਵਡਭਾਗਾ ਸਮਾਂ ਆਏਗਾ ਜਦੋਂ ਮਾਂ ਆ ਕੇ ਹੁਣ ਨਾਲ ਰਹੇਗੀ। ਕੈਮਰਾਮੈਨ ਬੰਟੀ ਦੇ ਨਾਲ, ਸਪੋਕਸਮੈਨ ਟੀਵੀ ਲਈ ਨਿਤਿਨ ਲੂਥਰਾ, ਕਾਦੀਆਂ।